Once again, welcome back to the program. ਇਸ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਗੈਰੀ ਔਲਖ ਨਾਲ, ਜਿਹੜੇ ਕਿ ਮੈਨੇਜਰ ਹਨ ਕਸਟਮਰ ਰਿਲੇਸ਼ਨਸ ਦੇ TD ਬੈਂਕ ਨਾਲ, ਅਤੇ ਕਮੋਡਿਟੀਜ਼ ਦੀ ਕੀ ਮਹੱਤਤਾ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਭਰ ਇੱਕ ਗਲੋਬਲ ਵਿਲੇਜ ਬਣਦੀ ਜਾ ਰਹੀ ਹੈ, ਜਿਸ ਵਿੱਚ ਕਿ ਟ੍ਰੇਡਿੰਗ ਬੜੀ ਈਜ਼ੀ ਵੀ ਹੁੰਦੀ ਜਾ ਰਹੀ ਹੈ, ਪਰ ਇੱਕ ਆਮ ਵਿਅਕਤੀ ਵਾਸਤੇ ਇਹ ਮੈਟਲਸ ਅਤੇ ਕਮੋਡਿਟੀਜ਼ ਦੀ ਕੀ ਮਹੱਤਤਾ ਹੈ, ਇਸ ਬਾਰੇ ਕੁਝ ਜਾਣਕਾਰੀ ਲੈਣੇ ਆ ਗੈਰੀ ਔਲਖ ਤੋਂ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ਼੍ਰੀ ਅਕਾਲ, ਥੈਂਕ ਯੂ। ਸੋ ਗੈਰੀ, ਥੋੜ੍ਹਾ ਜਿਹਾ ਪਿਛੋਕੜ ਤੁਹਾਡਾ ਕਿ ਤੁਸੀਂ ਕਿਸ ਤਰ੍ਹਾਂ ਇਸ ਫੀਲਡ ਵਿੱਚ ਆਏ। ਹਾਂਜੀ, ਇਹ ਮੈਨੂੰ ਹੁਣ 10 ਸਾਲ ਹੋ ਗਿਆ ਬੈਂਕਿੰਗ ਦੇ ਵਿੱਚ, ਤੇ ਮੈਨੂੰ ਆਲਵੇਜ਼ ਇੰਟਰਸਟ ਸੀਗੀ ਬੈਂਕਿੰਗ ਦੇ ਵਿੱਚ, ਤੇ ਪਹਿਲਾਂ ਬ੍ਰਾਂਚ ਮੈਨੇਜਰ ਸਟਾਰਟ ਹੋਇਆ ਸੀ, ਤੇ ਹੁਣ ਮੈਂ ਰਿਪਰੈਜ਼ੈਂਟ ਕਰਦਾ ਕਸਟਮਰ ਰਿਲੇਸ਼ਨਸ ਦੇ BC ਬ੍ਰਾਂਚਸ ਵਾਸਤੇ, ਵੈਨਕੂਵਰ ਟਾਵਰ ਤੋਂ। ਸੋ ਗ੍ਰੇਟ ਆਪਰਚੁਨਿਟੀ ਤੇ ਗ੍ਰੇਟ ਆਰਗੇਨਾਈਜੇਸ਼ਨ। ਗ੍ਰੇਟ। ਅੱਛਾ, ਪ੍ਰੈਸ਼ੀਅਸ ਮੈਟਲਸ ਦੀ ਜਦੋਂ ਅਸੀਂ ਗੱਲ ਕਰਨੇ, ਉਹਦੇ ਸੋਨਾ ਹੋ ਗਿਆ, ਡਾਇਮੰਡਸ ਹੋ ਗਏ, ਇਹ ਚੀਜ਼ਾਂ ਅਸੀਂ ਸੋਚਦੇ ਹਾਂ, ਪਲੈਟੀਨਮ ਵਗੈਰਾ ਸੁਣਦੇ ਹਾਂ, ਸਟਾਕ ਐਕਸਚੇਂਜ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ। ਇਹ ਹੈ ਕੀ, ਤੇ ਇਹਨੂੰ ਕਿਉਂ, ਇਹ ਕਿਸ ਤਰ੍ਹਾਂ ਜਿਹੜੀ ਕਰੰਸੀ ਨਾਲ ਰਿਲੇਟ ਕਰਦੇ ਆ ਇਸ ਨੂੰ? ਸੋ ਉਹ ਦੋ ਚੀਜ਼ਾਂ ਹੁਣ ਕਨਵੀਨੀਅੰਸ ਵਾਸਤੇ, ਤੇ ਇੱਕ ਤਾਂ ਹੈਗੀ ਜਦ ਬੇਸਿਕਲੀ ਡਾਇਵਰਸਿਫਾਈ ਹੋ ਜਾਂਦਾ ਨਾ ਪੋਰਟਫੋਲੀਓ, ਜਦੋਂ ਇਨਵੈਸਟਮੈਂਟ ਕਰਾਈ ਦੀ ਆ, ਨਾਟ ਓਨਲੀ ਕੈਸ਼ ਹੋਲਡਿੰਗਸ, ਪਰ ਉਸ ਦੇ ਵਿੱਚ ਤੁਸੀਂ ਮਿਕਸ ਵੀ ਕਰਾ ਸਕਦੇ ਆ। ਤੇ ਪ੍ਰੈਸ਼ੀਅਸ ਮੈਟਲਸ ਦੇ ਦੋ ਫਾਰਮਸ ਹੋ ਸਕਦੇ, ਸਰਟੀਫਿਕੇਟ ਵੀ ਹੋ ਸਕਦੇ ਆ, ਜਾਂ ਤੁਸੀਂ ਐਕਚੁਅਲ ਆਈਟਮ ਵੀ ਰੱਖ ਸਕਦੇ ਆ, ਜੋ ਕੋਇਨ ਰੱਖਣੀ ਹੈ, ਜੋ ਗੋਲਡ ਬਾਰ ਰੱਖਣਾ। ਸੋ ਪ੍ਰੈਸ਼ੀਅਸ ਮੈਟਲਸ ਹੁਣ ਵੈਰੀ ਪ੍ਰੋਮੀਨੈਂਟ ਮਾਰਕੀਟ ਦੇ ਵਿੱਚ ਪਲੇਸਡ ਵੈਸੇ, ਤੇ ਲੋਕਾਂ ਨੂੰ ਬਸ ਸੌਖਾ ਹੋਣਾ ਪੈਂਦਾ ਪਰਚੇਸ ਕਰਨ ਨੂੰ। ਸੋ ਵਨ ਆਫ ਦ ਰੀਜ਼ਨਸ ਅਸੀਂ ਫੋਰਨ ਕਰੰਸੀ ਐਕਸਚੇਂਜ ਸੈਂਟਰ ਖੋਲ੍ਹਿਆ ਪਹਿਲਾਂ ਵੈਸਟਰਨ ਕੈਨੇਡਾ 'ਚ, ਵੈਨਕੂਵਰ 'ਚ, ਕਨਵੀਨੀਅੰਸ ਆਫਰ ਕਰਨ ਨੂੰ, ਤੇ ਦੀ ਐਬਿਲਿਟੀ ਫॉर ਲੋਕਾਂ ਨੂੰ ਪਰਚੇਸ ਕਰਨ ਨੂੰ ਸੌਖਾ ਰਹਿੰਦਾ। ਡਾਇਵਰਸਿਫਾਈ ਜਿਹੜੀ ਤੁਸੀਂ ਗੱਲ ਕੀਤੀ, ਕਿਉਂ ਲੋੜ ਹੈਗੀ ਆਪਣੇ ਜਿਹੜਾ ਵੀ ਤੁਸੀਂ ਇਨਵੈਸਟਮੈਂਟਸ ਕਰਨੇ ਉਸ ਨੂੰ ਡਾਇਵਰਸਿਫਾਈ ਕਰਨ ਦੀ? ਹਾਂਜੀ, ਉਸ 'ਤੇ ਜਿਵੇਂ ਅ ਲੋਟ ਆਫ ਯੂਜ਼ ਹੁੰਦਾ ਹੈ, ਜਦੋਂ ਜਿਵੇਂ ਲੋਕ ਟਰੈਵਲ ਕਰਦੇ ਆ, ਜਾਂ ਲੋਕਾਂ ਨੇ ਡਾਇਵਰਸਿਫਾਈ ਪੋਰਟਫੋਲੀਓ ਕਰਾਉਣਾ, ਇੱਕ ਤਾਂ ਕਨਵੀਨੀਅੰਸ ਵਾਸਤੇ, ਟਰੈਵਲਿੰਗ ਵਾਸਤੇ ਬਹੁਤ ਸੌਖਾ ਰਹਿੰਦਾ। ਉਸ 'ਤੇ ਜੇ ਤੁਸੀਂ ਜੇ ਟਰੈਵਲ ਕਰਦੇ ਆ, ਜਾਂ ਤੁਹਾਨੂੰ ਕੋਈ ਆਪਰਚੁਨਿਟੀ ਚਾਹੀਦੀ ਹੈ, ਕਰੰਸੀ ਵਾਸਤੇ ਯੂਜ਼ ਕਰ ਸਕਦੇ ਆ। ਡਾਇਵਰਸਿਫਾਈਂਗ ਦੀ ਇੰਪੋਰਟੈਂਸ ਹੈਗੀ ਹੈ ਦੈਟ ਤੁਸੀਂ ਇੱਕ ਚੀਜ਼ ਨਹੀਂ ਰੱਖਣੀ ਪੋਰਟਫੋਲੀਓ 'ਚ, ਪਰ ਸੈਪਰੇਟ ਚੀਜ਼ ਰੱਖਣੀ ਆ। ਦੈਟ ਵੇ ਜੋ ਕਿ ਮਾਰਕੀਟ ਕੰਡੀਸ਼ਨ ਦੀ ਸ਼ਿਫਟ ਹੁੰਦੀ ਆ, ਉਹ ਇੰਪੈਕਟ ਘੱਟ ਹੁੰਦਾ, ਤੇ ਦੈਟ ਵੇ ਤੁਸੀਂ ਪ੍ਰੋਟੈਕਟ ਵੀ ਕਰਦੇ ਆ, ਦੈਟ ਇੰਸ਼ੋਰਿੰਗ ਕਰਦੇ ਆ, ਸੋ ਦੈਟ ਇੱਕ ਥਾਂ 'ਚ ਪੈਸੇ ਨਹੀਂ ਸਾਰੇ ਟਰੋਲ ਹੁੰਦੇ, ਤੁਸੀਂ ਬੈਲੈਂਸ ਕਰਾ ਸਕਦੇ ਆ। ਓਕੇ, ਅੱਛਾ ਕਰੀ, ਇਹ ਤਾਂ ਹੋ ਗਿਆ ਇੰਡੀਵਿਜੂਅਲ ਲੈਵਲ 'ਤੇ ਕਿ ਹਰ ਇੱਕ ਵਿਅਕਤੀ ਨੂੰ ਡਾਇਵਰਸੀਫਾਈ ਕਰਨਾ ਚਾਹੀਦਾ, ਤਾਂ ਕਿ ਜੇਕਰ ਇੱਕ ਪਾਸੇ ਕੁਝ ਮਾਰਕੀਟ ਥੱਲੇ ਜਾ ਰਹੀ ਤੇ ਦੂਸਰੇ ਪਾਸਿਓਂ ਬੈਲੈਂਸ ਜਿਹਾ ਹੋ ਜਾਏ। ਜਦੋਂ ਅਸੀਂ ਕੰਟਰੀਜ਼ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਮੋਡਿਟੀਜ਼ ਨਾਲ ਅੱਜ ਰਿਲੇਟਡ ਹੈਗਾ। ਜਿਸ ਤਰ੍ਹਾਂ ਅਸੀਂ ਗੈਸ ਦੀ ਪ੍ਰਾਈਸ ਦੀ ਗੱਲ ਕਰਨੇ, ਸੁਣਦੇ ਹਾਂ ਆਮ ਤੌਰ 'ਤੇ, ਇੱਕ ਆਮ ਵਿਅਕਤੀ ਤੋਂ ਕੀ ਸੰਕੇਤ ਲੈ ਸਕਦਾ, ਕੀ ਇੰਡੀਕੇਸ਼ਨ ਮਿਲਦੀ ਹੈਗੀ ਹੈ ਜਦੋਂ ਅਸੀਂ ਸੁਣਦੇ ਹਾਂ ਕਿ ਜੀ ਕਮੋਡਿਟੀਜ਼ ਦੇ ਪ੍ਰਾਈਸਿਸ ਉੱਤੇ ਜਾ ਰਹੇ ਨੇ, ਤੇ ਇਸ ਨਾਲ ਕਰੰਸੀ ਵੀ ਜਿਹੜੀ ਉੱਤੇ ਨੂੰ ਜਾ ਰਹੀ ਹੈ ਜਾਂ ਥੱਲੇ ਨੂੰ ਜਾ ਰਹੀ ਹੈ? ਸੋ ਵਾਟ ਇਜ਼ ਦ ਰਿਲੇਸ਼ਨ ਬਿਟਵੀਨ ਥੀਸ? ਸੋ ਆਈ ਥਿੰਕ ਰਿਲੇਸ਼ਨ ਤੋਂ ਅ ਲੋਟ ਆਫ ਟਾਈਮਸ ਦੇਖਣਾ ਪੈਂਦਾ ਮਾਰਕੀਟ ਕੰਡੀਸ਼ਨਸ ਕੀ ਕਰਦੇ ਆ, ਪਰ ਉਹ ਈਚ ਇੰਡੀਵਿਜੂਅਲ ਨੂੰ ਦੇਖਣਾ ਪੈਂਦਾ ਆਪਣੇ ਪੋਰਟਫੋਲੀਓ ਵਾਸਤੇ ਨਾ, ਕੀ ਬੈਲੈਂਸਿੰਗ ਹੁੰਦਾ ਤੇ ਕੀ ਵਿੱਚ ਰੱਖੇ ਦਾ। ਸੋ ਦੇ ਹੁਣ ਇਨਵੈਸਟਮੈਂਟ ਐਡਵਾਈਜ਼ਰਸ ਹੁੰਦੇ ਆ, ਦੈਟ ਬੇਸਿਕਲੀ ਨਾਲ ਦੇ ਇੰਡੀਕੇਟਰਸ ਦਿਖਾ ਸਕਦੇ ਆ, ਤੇ ਨਾਲ ਐਡਵਾਈਜ਼ ਕਰਾ ਸਕਦੇ ਆ ਦੈਟ ਤੁਸੀਂ ਇੱਕ ਚੀਜ਼ ਪੋਰਟਫੋਲੀਓ 'ਚ ਰੱਖਣੀ ਹੈ, ਤਾਂ ਕੀ ਆਪਰਚੁਨਿਟੀਜ਼ ਹੈਗੀਆਂ। ਪਰ ਐਸੈਂਸ਼ਲੀ ਉਹ ਮੇਕਿੰਗ ਸ਼ੋਰ ਕਰਨਾ ਪੈਂਦਾ, ਇੱਕ ਤਾਂ ਤੁਸੀਂ ਆਪਦਾ ਰੈਗੂਲਰ ਰਿਵਿਊ ਕਰਾਦੇ ਆ ਆਪਦੇ ਐਡਵਾਈਜ਼ਰਸ ਨਾਲ, ਤੇ ਦੂਸਰੀ ਚੀਜ਼ ਹੈਗੀ ਆਪਦੀ ਮਾਰਕੀਟ ਕੰਡੀਸ਼ਨਸ ਦੇ ਸੋਰਟ ਆਬਜ਼ਰਵੇਸ਼ਨ ਰੱਖਣੀ ਪੈਂਦੀ ਹੈ, ਸੋ ਦੈਟ ਯੂ ਨੋ ਐਗਜ਼ੈਕਟਲੀ ਵਾਟਸ ਗੋਇੰਗ ਔਨ। ਉਹ ਬੈਲੈਂਸਿੰਗ ਕਰਾਉਣਾ ਪੈਂਦਾ। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਇਹ ਪਹਿਲਾ ਵੈਸਟਰਨ ਕੈਨੇਡਾ ਦੇ ਵਿੱਚ ਤੁਹਾਡਾ ਸੈਂਟਰ ਖੁੱਲ੍ਹਿਆ ਹੈਗਾ, ਇੰਡੀਅਨਸ ਜਿਹੜੇ ਨੇ ਉਹ ਇੰਡੀਅਨ ਕਰੰਸੀ ਵੱਲ ਹੀ ਹੁੰਦਾ ਹੈ, ਬਟ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਚਾਈਨਾ ਵਗੈਰਾ ਜਾਂ ਹੋਰ ਮੁਲਕਾਂ ਜਾਂਦੇ ਹੈਗੇ। ਤੋ ਕਰੰਸੀਜ਼ ਦੀ ਜਦੋਂ ਗੱਲ ਕਰਦੇ ਹਾਂ ਅਸੀਂ, ਜਾਂ ਮੈਟਲਸ ਦੀ ਗੱਲ ਕਰਦੇ ਹਾਂ, ਜਦੋਂ ਵੀ ਤੁਸੀਂ ਕੋਈ ਇਨਵੈਸਟਮੈਂਟ ਕਰਨੀ ਹੈ ਜਾਂ ਲੈਣਾ, ਕੀ ਚੀਜ਼ ਨੂੰ ਧਿਆਨ 'ਚ ਰੱਖਿਆ ਜਾਵੇ? ਸੋ ਹੁਣ ਦੇਖੋ, ਲੋਟਸ ਆਫ ਟਾਈਮਸ ਪਤਾ ਕੀ ਹੁੰਦਾ ਨਾ, ਕਨਵੀਨੀਅੰਸ ਦਾ ਪਾਰਟ ਹੁੰਦਾ, ਤੇ ਦੂਸਰੀ ਚੀਜ਼ ਹੁੰਦੀ ਹੈ ਜੇ ਐਜੂਕੇਸ਼ਨ ਤੇ ਇੰਪੋਰਟੈਂਸ ਹੁੰਦੀ ਹੈ। ਸੋ ਹੁਣ ਜਦੋਂ ਅਸੀਂ ਪਹਿਲਾਂ ਸੈਂਟਰ ਵੈਸਟਰਨ ਕੈਨੇਡਾ ਖੋਲ੍ਹਿਆ, ਉਸ ਨੂੰ ਆਈਡੈਂਟੀਫਾਈ ਹੋਇਆ ਸੀ ਕਿ ਨੀਡ ਹੈਗੀ ਇੱਥੇ ਮਾਰਕੀਟ ਪਲੇਸ 'ਚ। ਲੋਕਾਂ ਨੂੰ ਜਦੋਂ ਟਰੈਵਲਿੰਗ ਕਰਾਉਣੀ ਆ, ਉਹ ਕਿਤੇ ਆਪਦੇ ਬੈਂਕ ਜਾਂਦੇ ਆ ਜਾਂ ਕੋਈ ਟਰੈਵਲ ਸੈਂਟਰ ਜਾਂਦੇ ਆ, ਤੇ ਫੋਰਨ ਕਰੰਸੀ ਦੇ ਨਾਲੇ ਮਾਰਕਅਪ ਹੋ ਜਾਂਦੇ, ਨਾਲੇ ਫੀਸ ਵੀ ਬਹੁਤ ਹੁੰਦੇ ਆ। ਹੁਣ ਜਿਹੜਾ ਸਾਡਾ ਨਵਾਂ ਸੈਂਟਰ ਹੈਗਾ, ਜੇ TD ਕਸਟਮਰ ਨੋ ਚਾਰਜ ਹੈਗਾ, ਐਨੀ ਕਰੰਸੀ ਪਰਚੇਸ ਤਾਂ ਫ੍ਰੀ ਆ, ਤੇ ਸਟੈਂਡਰਡ ਚਾਰਜ ਜੇ ਤੁਸੀਂ ਪ੍ਰੈਸ਼ੀਅਸ ਮੈਟਲ ਗੋਲਡ ਜਾਂ ਗੋਲਡ ਬਾਰ ਪਰਚੇਸ ਕਰਦੇ ਆ, ਉਸ 'ਤੇ ਸਟੈਂਡਰਡ $10 ਚਾਰਜ ਹੁੰਦਾ, ਤੇ ਕਿਤੇ ਸ਼ਿਪਿੰਗ ਚਾਰਜ ਦਾ ਐਕਸਟਰਾ ਹੁੰਦਾ ਜੇ ਕੋਈ ਲੋੜ ਪੈਂਦੀ ਆ। ਤੇ ਈਵਨ ਜੇ ਨਾਨ ਕਸਟਮਰ ਹੈਗੇ ਆ, ਅਪ ਟੂ $1500 ਵਾਸਤੇ ਉਹਨਾਂ ਨੂੰ ਕੋਈ ਚਾਰਜ ਨਹੀਂ। ਪਰ ਉਹ ਬੈਲੈਂਸਿੰਗ ਕਰਕੇ ਦੇਖਣਾ ਪੈਂਦਾ ਕੀ ਲੋੜ ਹੈ, ਕਿੰਨੇ ਪੈਸੇ ਸਾਨੂੰ ਚਾਹੀਦੇ ਆ, ਤੇ ਕਨਵੀਨੀਅੰਸ ਹੁੰਦੀ ਆ ਕਿਦੋਂ ਮਿਲਣਗੇ, ਤੇ ਇੱਕ ਥਾਂ ਤੋਂ ਲੈ ਸਕਦੇ ਆ। ਜਿਹੜਾ ਸਾਡਾ ਵੈਨਕੂਵਰ ਸੈਂਟਰ ਹੁਣ ਖੁੱਲ੍ਹਿਆ, ਉਹ 700 ਵੈਸਟ ਜਾਰਜੀਆ ਤੇ ਵੈਨਕੂਵਰ, ਉੱਥੇ ਕੋਈ ਵੀ ਲੋਕ ਜਾ ਸਕਦੇ ਆ, ਤੇ ਉੱਥੇ ਪਰਚੇਸ ਕਰਾ ਕੇ ਤੇ ਟਰੈਵਲਿੰਗ ਨੀਡਸ ਵਾਸਤੇ ਪੈਸੇ ਕੋਲੇ ਹੋ ਸਕਦੇ ਆ। ਔਰ ਸੋ ਸਿੰਪਲ ਹੁੰਦਾ, ਇਫੈਕਟਿਵ ਹੁੰਦਾ, ਤੇ ਈਜ਼ੀ ਹੁੰਦਾ। ਕਰੰਸੀਜ਼ ਦੁਨੀਆ 'ਚ ਇੰਨੇ ਮੁਲਕ ਨੇ, ਕਿੰਨੀਆਂ ਸਾਰੀਆਂ ਕਰੰਸੀਜ਼ ਨੇ, ਸੋ ਕਰੰਸੀਜ਼ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕਿਹੜੀ ਕਰੰਸੀਜ਼ ਅਵੇਲੇਬਲ ਹੈਗੀ? ਤੁਸੀਂ ਦੱਸੋ ਕਿਹੜੀ ਸਾਨੂੰ ਚਾਹੀਦੀ ਹੈ? ਸਾਡੇ ਕੋਲ ਹੋਗੀ ਅਪ ਟੂ 50 ਕਰੰਸੀਜ਼, 50 ਕਰੰਸੀਜ਼ ਹੋਣਗੀਆਂ ਉੱਥੇ ਲੋਕੇਟਡ,
ਤੇ ਦੂਸਰੀ ਚੀਜ਼ ਹੈਗੀ ਆਰਡਰ ਕਰਨ ਦੀ ਲੋੜ ਨਹੀਂ ਅੱਗੇ ਹੁਣ ਟ੍ਰੈਡੀਸ਼ਨਲੀ ਹੁੰਦਾ ਜੇ ਤੁਸੀਂ ਟਰੈਵਲ ਕਰਨਾ ਤੁਹਾਨੂੰ ਆਰਡਰ ਕਰਨਾ ਪੈਂਦਾ 2-3 ਦਿਨ ਵੇਟ ਕਰਨੇ ਪੈਂਦੇ ਆ ਕਿਤੇ ਕਿਤੇ ਜੇ ਡਿਲੇ ਹੋ ਜਾਂਦਾ ਹੁਣ ਸਾਨੂੰ ਪੀਸ ਆਫ ਮਾਈਂਡ ਹੈਗਾ that ਤੁਸੀਂ ਉੱਥੇ ਜਾਓਗੇ ਤੁਹਾਨੂੰ ਉੱਥੇ ਸੋ ਦੀ ਤੁਸੀਂ ਕਰੰਸੀ ਪੁੱਛਣੀ ਆ 50 ਕਰੰਸੀਜ਼ ਹੈਗੀਆਂ ਸੋ ਐਨੀ ਆਫ ਦ ਸਟੈਂਡਰਡ ਕਰੰਸੀਜ਼ ਤੇ ਕੋਈ ਕਰੰਸੀ ਜਿਹੜੇ ਕੋਈ ਲੋਕਾਂ ਨੂੰ ਚਾਹੀਦੀ ਆ ਸੋ ਤੇ ਦੇ ਚ ਅਸੀਂ ਦੁਨੀਆ 'ਚ ਟਰੈਵਲ ਕਰਨੀ ਆ ਸਾਡੇ ਕੋਲ ਕਰੰਸੀ ਸੋ ਵਨ ਸਟਾਪ ਸ਼ਾਪ ਕਾਈਂਡ ਆਫ ਥਿੰਗ ਐਗਜ਼ੈਕਟਲੀ ਅੱਛਾ ਮੈਟਲਸ ਬਾਰੇ ਜਿਹੜੀ ਗੱਲ ਕਰਨੇ ਆ ਆਮ ਤੌਰ ਤੇ ਤੁਸੀਂ 골ਡ ਨੂੰ ਹੀ ਇੱਕ ਬੜਾ ਸਿਕਿਉਰ ਅਤੇ ਬੈਸਟ ਇਨਵੈਸਟਮੈਂਟ ਸਮਝਦੇ ਆ ਹਾਂਜੀ ਪ੍ਰੈਸ਼ੀਅਸ ਮੈਟਲਸ 'ਚ ਹੋਰ ਕੀ ਕੁਝ ਤੁਸੀਂ ਇਨਕਲੂਡ ਕਰਦੇ ਹੋ ਤੇ ਕੀ ਕੁਝ ਲੋਕਾਂ ਨੂੰ ਤੁਸੀਂ ਐਡਵਾਈਸ ਕਰੋਗੇ ਕਿ ਉਹਨਾਂ 'ਚ ਵੀ ਇਨਵੈਸਟਮੈਂਟ ਕਰ ਲੈਣੀ ਚਾਹੀਦੀ ਸੋ ਐਡਵਾਈਸ ਤੇ ਮੈਂ ਪ੍ਰੋਬਲਮ ਐਡਵਾਈਸ ਸਾਨੂੰ ਈਚ ਪਰਸਨ ਦੀ ਡਿਫਰੈਂਟ ਹੋਗੀ ਨਾ ਉਹ ਐਡਵਾਈਸ ਤੇ ਇਨਵੈਸਟਮੈਂਟ ਐਡਵਾਈਜ਼ਰਸ ਬੈਸਟ ਹੋਣਗੇ ਕਰਨ ਨੂੰ ਪਰ most standard gold, silver, platinum ਉਹ ਲੋਕ ਬਹੁਤ ਪਰਚੇਸ ਕਰਦੇ ਆ ਸੋ ਉਸ ਦੀ ਆਈਟਮਸ ਉੱਥੇ ਨਾਲੇ ਸਾਡੇ ਕੋਲ ਸਟੈਂਡ ਬਾਈ ਹੈਗੀਆਂ ਤੇ ਦੂਸਰੀ ਚੀਜ਼ ਜੇ ਕਿਸੇ ਨੇ ਬਲਕ ਆਰਡਰ ਕਰਨਾ ਜਾਂ ਐਡੀਸ਼ਨਲ ਆਰਡਰ ਕਰਨਾ ਉਸ ਨੂੰ ਡਿਫਰੈਂਟ ਫਾਰਮ ਮਿਲਦੀ ਮੈਂ ਮੈਂਸ਼ਨ ਕੀਤਾ ਸੀ 골ਡ ਵੀ ਮਿਲ ਜਾਂਦੀ ਆ ਤੇ 골ਡ ਬਾਰ ਸਿਲਵਰ ਬਾਰਸ ਤੇ ਕੋਇਨਸ ਮਿਲ ਜਾਂਦੀਆਂ ਪਰ ਦੂਸਰੀ ਚੀਜ਼ ਜੇ ਲਾਰਜਰ ਸਕੇਲ ਆਰਡਰ ਕਰਨਾ ਉਹ ਸਰਟੀਫਿਕੇਟ ਵੀ ਮਿਲ ਜਾਂਦੀ ਆ ਸੋ ਨਾਲੇ ਤਾਂ ਸਾਡੇ ਕੋਲ ਆਪਰਚੁਨਿਟੀ ਹੈਗੀ ਪਰਚੇਸ ਕਰਨ ਪਰ ਦੂਸਰੀ ਚੀਜ਼ ਹੈਗੀ ਹਰੇਕ ਬੈਂਕ ਸਾਡੇ ਬ੍ਰਾਂਚਸ ਵਿੱਚ ਇਨਵੈਸਟਮੈਂਟ ਐਡਵਾਈਜ਼ਰ ਹੈਗੇ ਆ ਸਪੋਰਟ ਕਰਾਉਣ ਸਰਟੀਫਿਕੇਟ ਤੁਸੀਂ ਮੈਂ ਨਹੀਂ ਸਮਝ ਇਹਦੇ ਬਾਰੇ ਥੋੜਾ ਜਿਹਾ ਕਲੈਰੀਫਾਈ ਕਰੋਗੇ ਇੱਕ ਤਾਂ 골ਡ ਬਾਰ ਹੋ ਗਈ ਕੋਈ ਲੈਂਦਾ ਹੈ ਇਹ ਸਰਟੀਫਿਕੇਟ ਕੀ ਹੋਇਆ ਸੋ ਬੇਸਿਕਲੀ ਹੈਗੀ ਆ that ਤੁਸੀਂ ਐ ਸੋਚੋ ਜੇ ਹੁਣ ਸਾਡੇ ਕੋਲ 골ਡ ਬਾਰ ਜਾਂ ਸਿਲਵਰ ਹੈਗਾ ਹੁਣ ਜੇ ਤੁਸੀਂ ਆਪਾਂ ਬਲਕ ਵੱਡ ਆਰਡਰ ਕੀਤਾ ਉਸ ਤੇ ਕਿਤੇ ਸਟੋਰੇਜ ਦਾ ਰੱਖਣਾ ਪੈਂਦਾ ਸੇਫਟੀ ਵਾਸਤੇ ਸਰਟੀਫਿਕੇਟ ਜਿਵੇਂ ਸਟਾਕ ਸਰਟੀਫਿਕੇਟ ਆਪਾਂ ਕਹਿੰਦੇ ਆ ਸਿਮਿਲਰ ਉਵੇਂ ਹੈਗੇ ਅਦਰ ਉਸ ਦਾ ਰਿਪਰੈਜ਼ੈਂਟ ਕਰਦਾ that ਸੋ ਦਾ ਇੰਨਾ ਸੋ ਦਾ ਸੋਨਾ ਜਾਂ ਸੋ ਦਾ ਸਿਲਵਰ ਪਰਚੇਸ ਕੀਤਾ ਵਾ that way ਜੇ ਤੁਸੀਂ ਸਰਟੀਫਿਕੇਟ ਟ੍ਰੇਡ ਇਨ ਕਰਨੀ ਹੈ ਤੇ ਆਪਦਾ ਤੁਸੀਂ 골ਡ ਲੈਣਾ ਜਾਂ ਕੋਈ ਉਹ ਤੁਸੀਂ ਕਰਾ ਸਕਦੇ ਆ ਨਾਲੇ ਤਾਂ ਸੌਖਾ ਰਹਿੰਦਾ ਨਾਲੇ ਤੁਸੀਂ ਜਸਟ ਸੇਫਟੀ ਡਿਪੋਜ਼ਿਟ ਬਾਕਸ ਜਾਂ ਕਿਤੇ ਸੇਫ ਰੱਖਣਾ ਸੋ ਦੀ ਅਬਿਲਿਟੀ ਹੈਗੀ ਓਕੇ ਸੋ ਬੇਸਿਕਲੀ ਫॉर ਐਗਜ਼ਾਮਪਲ ਅੱਜ 25 ਦਸੰਬਰ ਨੂੰ ਮੈਂ ਖਰੀਦਦਾ ਹੈਗਾ 골ਡ ਸਰਟੀਫਿਕੇਟ ਲੈਣਾ ਲਿਆ ਮੈਂ ਅਗਲੇ ਸਾਲ 6 ਜੂਨ ਨੂੰ ਸਪੋਜ਼ ਜਾ ਕੇ ਤੁਹਾਡੇ ਬੈਂਕ ਵਿੱਚ ਆ ਕੇ ਕਹਿਣਾ ਕਿ ਜੀ ਮੈਨੂੰ ਇਹ 골ਡ ਦੀ ਜੋ ਵੈਲਿਊ ਉਹ ਕੈਸ਼ ਦੇ ਦਿਓ ਉਹ ਹੋ ਸਕਦਾ ਹਾਂਜੀ ਉਸ ਦੀ ਐਬਿਲਿਟੀ ਹੈਗੀ ਬਿਕਾਜ਼ ਉਹ ਰਿਪਰੈਜ਼ੈਂਟ ਕਰਦਾ ਸੋ ਦੀ ਤੁਸੀਂ ਅੱਜ ਜਿਹੜੀ ਸਰਟੀਫਿਕੇਟ ਪਰਚੇਸ ਕਰਨੀ ਆ ਉਹ ਤੁਸੀਂ ਅੱਜ ਦੀ ਪ੍ਰਾਈਸ ਤੇ ਪਰਚੇਸ ਕਰੋਗੇ ਸੋ ਜੇ ਵੈਲਿਊ ਇਨਕਰੀਜ਼ ਤੇ ਡਿਕਰੀਜ਼ ਹੋਗੀ ਉਸ ਤੇ ਜਿਵੇਂ ਜੇ ਸੋ ਦੇ ਕੋਲੇ 골ਡ ਬਾਰ ਕੋਲੇ ਪਿਆ ਸੀਗਾ ਸੇਮ ਐਗਜ਼ੈਕਟ ਚੀਜ਼ ਹੈਗੀ ਓਕੇ ਰਾਈਟ ਸੌਖਾ ਰਹਿੰਦਾ ਵੰਡਰਫੁਲ ਸੋ ਦੁਨੀਆ ਚੇਂਜ ਹੋ ਰਹੀ ਜੀ ਇਸੇ ਤਰੀਕੇ ਨਾਲ ਨਵੀਂ ਟੈਕਨੀਕਸ ਆਉਂਦੀਆਂ ਜਾ ਰਹੀਆਂ ਅਖੀਰ ਵਿੱਚ ਕੀ ਤੁਸੀਂ ਹੋਰ ਇਨਫੋਰਮ ਕਰਨਾ ਚਾਹੋਗੇ ਜਿਹਦੇ ਨਾਲ ਕਿ ਲੋਕ ਹੋਰ ਡਿਲੀਜੈਂਟ ਹੋਣ ਕਿਉਂਕਿ ਕਈ ਵਾਰੀ ਇਹ ਵੀ ਹੁੰਦਾ ਕਿ ਯਾਰ ਬਾਹਰੋਂ ਵੀ ਸਾਨੂੰ ਮਿਲ ਜਾਂਦੀਆਂ ਨੇ ਚੀਜ਼ਾਂ ਅੱਛਾ ਇੱਕ ਜਾਂਦੇ ਇੱਕ ਪਲੈਟੀਨਮ ਦੀ ਤੁਸੀਂ ਗੱਲ ਕੀਤੀ ਪਲੈਟੀਨਮ ਦਾ ਅੱਜ ਕੀ ਐਜ਼ ਕੰਪੇਅਰ ਟੂ 골ਡ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੋ ਉਸ ਤੇ ਮੈਂ ਪ੍ਰੋਬਬਲੀ ਸਾਡੇ ਐਡਵਾਈਜ਼ਰਸ ਜਿਹੜੇ ਹੈਗੇ ਬ੍ਰਾਂਚ ਸੋ ਬ੍ਰਾਂਚ ਵਿੱਚ ਜਾ ਕੇ ਤੁਸੀਂ ਐਡਵਾਈਜ਼ਰਸ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਸਾਡੇ ਕੋਲ ਲੋਟਸ ਆਫ ਵੇਰੀਐਂਟਸ ਐਡਵਾਈਜ਼ਰਸ ਹੈਗੇ ਤੁਸੀਂ ਜੇ ਕਿਸ ਨੂੰ ਕੁਐਸਚਨਸ ਹੈਗੀਆਂ ਅਸੀਂ ਐਨਕਰੇਜ ਕਰਦੇ ਹਾਂ ਸਾਡੇ ਕੋਲ 160 ਬ੍ਰਾਂਚਸ ਹੈਗੇ BC ਦੇ ਵਿੱਚ ਸੋ ਐਨੀ ਟਾਈਮ ਜੇ ਤੁਸੀਂ ਜਾਓਗੇ ਕੋਲੇ ਸਾਡੇ ਕੋਲ ਸਪੈਸ਼ਲਿਸਟ ਹੈਗੇ that ਐਡਵਾਈਸ ਕਰਾ ਸਕਦੇ ਆ ਤੇ ਨਾਲੇ ਤੁਸੀਂ ਐਂਡ ਦੈਟਸ ਫ੍ਰੀ ਐਡਵਾਈਸ all the time yeah ਤੇ ਦੂਸਰੀ ਚੀਜ਼ ਹੈਗੀ ਹੈ that ਉਹ ਸਾਨੂੰ ਪੁਆਇੰਟ ਆਊਟ ਕਰ ਸਕਦੇ ਤੇ ਨਾਲੇ ਐਜੂਕੇਸ਼ਨਿੰਗ ਇਨੇਬਲਿੰਗ ਵੀ ਕਰਾ ਸਕਦੇ ਆ that way ਲੋਕਾਂ ਨੂੰ most times ਅੰਡਰਸਟੈਂਡਿੰਗ ਹੁੰਦੀ ਆ so just making sure that the right experts support ਕਰਦੇ ਉਹ ਸਭ important wonderful lastly ਕੀ ਕਹਿਣਾ ਚਾਹੋਗੇ ਕਿ ਅਸੀਂ TD very proud ਹੈਗੇ that ਅਸੀਂ first Western Canadian foreign exchange center ਖੋਲਿਆ so 700 West Georgia Pacific Center Mall ਦੇ ਵਿੱਚ ਹੈਗਾ ਤੇ ਅਸੀਂ ਇਨਕਰੇਜ ਕਰਦੇ ਹਾਂ that come to visit us ਨਾਲ ਤਾਂ ਸਾਡਾ TD center visit ਕਰ ਲਓ ਤੇ ਦੂਸਰੀ ਚੀਜ਼ ਹੈਗੀ TD represents 160 branches BC so anytime ਜੇ ਕਿਸ ਨੂੰ ਕੋਈ ਐਡਵਾਈਸ ਚਾਹੀਦੀ ਹੈ ਜਾਂ ਸਪੋਰਟ ਚਾਹੀਦੀ ਹੈ free of charge anytime ਤੁਸੀਂ ਬ੍ਰਾਂਚ ਆਓ ਤੇ ਸਾਨੂੰ ਮਿਲੋ ਅਸੀਂ always happy ਹੈਗੇ ਹੈਲਪ ਕਰਾਉਣ ਬਹੁਤ ਖੂਬ ਜੀ ਕੰਗ੍ਰੈਚੁਲੇਸ਼ਨਸ ਫॉर ਓਪਨਿੰਗ ਅਪ ਦਿਸ ਫਰਸਟ ਬ੍ਰਾਂਚ ਵੈਸਟਰਨ ਕੈਨੇਡਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਾਕੀ ਬੈਂਕਸ ਨਾਲੋਂ ਤੁਸੀਂ ਲੀਡ ਲਈਏ ਮੁਬਾਰਕਬਾਦ ਥੈਂਕ ਯੂ ਵੈਰੀ ਮਚ ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ harpreetsingh@gmail.com ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਇਸ਼ੂਜ਼ ਨੂੰ ਲੈ ਕੇ ਜਿਹੜੇ ਕਿ ਸਾਡੇ ਰੋਜ਼ਮਰਾ ਜ਼ਿੰਦਗੀ ਨਾਲ ਜੁੜੇ ਹੋਏ ਨੇ ਤੇ ਅੱਜ ਜਿਸ ਤਰ੍ਹਾਂ ਅਸੀਂ ਕ੍ਰਿਸਮਸ ਮਨਾ ਰਹੇ ਹਾਂ ਇਸੇ ਤਰੀਕੇ ਨਾਲ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਧਰਮ ਦਾ ਜੋ ਵੀ ਤਿਉਹਾਰ ਹੈ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਜਾਏ ਫੀਡਬੈਕ ਲਈ 604 603 7555 ਅਤੇ ਉਸ ਦੇ ਨਾਲ ਹੀ ਤੁਸੀਂ ਇਹ ਸਾਰੇ ਪ੍ਰੋਗਰਾਮਸ YouTube ਤੇ ਵੀ ਦੇਖ ਸਕਦੇ ਹੋ youtube.com/harpreetsingh ਜਾਂ ਫਿਰ ਤੁਸੀਂ ਸਾਡੇ ਨਾਲ ਸੋਸ਼ਲ ਮੀਡੀਆ ਯਾਨੀ ਕਿ Facebook ਤੇ Twitter ਤੇ ਵੀ ਸਾਂਝ ਬਣਾ ਸਕਦੇ ਹੋ ਧੰਨਵਾਦੀ ਅਸੀਂ ਆਪਣੇ ਸਪਾਂਸਰਸ ਤੇ ਐਡਵਰਟਾਈਜ਼ਰਸ ਦੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ